ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇੱਕ ਹੋਰ ਰਿਕਰੂਟਮੈਂਟ ਨੋਟਿਸ। ਤੇ ਇਹ ਆਇਆ ਹੈ ਜੀ JBT ਪ੍ਰਾਇਮਰੀ ਟੀਚਰ ਦੀ ਭਰਤੀ ਵਾਸਤੇ। ਸਮਗਰ ਸਿੱਖਿਆ ਚੰਡੀਗੜ੍ਹ ਵੱਲੋਂ ਨੋਟਿਸ ਜੋ ਹੈ ਉਹ ਜਾਰੀ ਕੀਤਾ ਗਿਆ ਤੇ 158 ਵੈਕੈਂਸੀਜ਼ ਜੋ ਨੇ ਟੋਟਲ ਇਹਦੀਆਂ ਆਈਆਂ ਨੇ। ਸਭ ਤੋਂ ਵਧੀਆ ਗੱਲ ਇਹ ਹੈ ਕਿ BEd ਤੇ ETT ਵਾਲੇ ਦੋਨੋਂ ਹੀ ਇਸ ਵਾਸਤੇ ਅਪਲਾਈ ਕਰ ਸਕਦੇ ਨੇ। ਸੋ ਅਗਰ ਤੁਸੀਂ BEd ਦੀ ਡਿਗਰੀ ਕੀਤੀ ਹੋਈ ਹੈ ਫਿਰ ਵੀ ਤੁਸੀਂ ਇਸ JBT ਦੀ ਪੋਸਟ ਵਾਸਤੇ ਐਲੀਜੀਬਲ ਹੋ, ਤੇ ਅਗਰ ਤੁਸੀਂ ETT ਕੀਤੀ ਹੋਈ ਹੈ ਤਾਂ ਵੀ ਤੁਸੀਂ ਇਹਦੇ ਵਾਸਤੇ ਐਲੀਜੀਬਲ ਹੋ। ਸੋ ਬਾਕੀ ਦੀਆਂ ਡਿਟੇਲਸ ਮੈਂ ਸਾਰੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਹੀ ਹਾਂ। ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ। ਤੇ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਉਸ ਦੇ ਨਾਲ ਹੀ ਟੈਲੀਗ੍ਰਾਮ ਗਰੁੱਪ ਜ਼ਰੂਰ ਜੁਆਇਨ ਕਰ ਲਓ, ਜਿੱਥੇ ਤੁਹਾਨੂੰ ਰੈਗੂਲਰ ਅਪਡੇਟਸ ਜੋ ਨੇ ਮਿਲਦੀਆਂ ਰਹਿੰਦੀਆਂ ਨੇ। ਪਲੱਸ ਅਗਰ ਤੁਹਾਨੂੰ ਕੋਈ ਵੀ ਕੁਐਰੀਜ਼ ਹੁੰਦੀਆਂ ਨੇ ਦੈਨ ਤੁਸੀਂ ਈਜ਼ੀਲੀ ਮੇਰੇ ਨਾਲ ਕਮਿਊਨੀਕੇਟ ਕਰ ਸਕਦੇ ਹੋ। ਸੋ ਸਮਗਰ ਸਿੱਖਿਆ ਚੰਡੀਗੜ੍ਹ ਦੇ ਵੱਲੋਂ ਰਿਕਰੂਟਮੈਂਟ ਨੋਟਿਸ ਫॉर द ਪੋਸਟਸ ਆਫ ਜੂਨੀਅਰ ਬੇਸਿਕ ਟ੍ਰੇਨਿੰਗ ਅੰਡਰ ਸਮਗਰ ਸਿੱਖਿਆ ਚੰਡੀਗੜ੍ਹ ਜੋ ਹੈ ਇਸ਼ੂ ਕੀਤਾ ਗਿਆ। ਤੇ ਇੰਪੋਰਟੈਂਟ ਨੋਟ ਜੀ ਇਹਦਾ ਇਹ ਹੈ ਕਿ ਓਨਲੀ ਆਨਲਾਈਨ ਐਪਲੀਕੇਸ਼ਨਸ ਵਿਲ ਬੀ ਐਕਸੈਪਟਡ। ਐਪਲੀਕੇਸ਼ਨ ਰਿਸੀਵਡ ਥਰੂ ਐਨੀ ਅਦਰ ਮੋਡ ਸ਼ੈਲ ਸਟੈਂਡ ਰਿਜੈਕਟਡ ਆਟੋਮੈਟਿਕਲੀ। ਸੋ ਸਿਰਫ ਔਰ ਸਿਰਫ ਤੁਸੀਂ ਇਹਦੇ ਵਾਸਤੇ ਆਨਲਾਈਨ ਅਪਲਾਈ ਕਰ ਸਕਦੇ ਹੋ। ਤੇ ਉਹਦੇ ਵਾਸਤੇ ਵੀ ਅਗਰ ਤੁਹਾਨੂੰ ਸਾਡੀ ਹੈਲਪ ਚਾਹੀਦੀ ਹੈ ਦੈਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਸੋ ਓਪਨਿੰਗ ਡੇਟ ਜੋ ਹੈ ਜੀ ਐਪਲੀਕੇਸ਼ਨ ਦੀ ਦੈਟ ਇਜ਼ 15th of September 2022 ਤੇ ਕਲੋਜ਼ਿੰਗ ਡੇਟ ਜੋ ਹੈ ਤੁਸੀਂ 6 ਅਕਤੂਬਰ 2022 ਸ਼ਾਮੀ 5 ਵਜੇ ਤੱਕ ਇਹਦੇ ਵਾਸਤੇ ਅਪਲਾਈ ਕਰ ਸਕਦੇ ਹੋ। ਤੇ ਫੀਸ ਭਰਨ ਦੀ ਲਾਸਟ ਡੇਟ ਜੋ ਹੈ ਉਹ 10 ਅਕਤੂਬਰ 2022 ਤੱਕ ਹੈ ਤੇ ਦੁਪਹਿਰੇ 2 ਵਜੇ ਤੱਕ ਹੈ। ਸੋ 6 ਤਰੀਕ ਵੈਸੇ ਅਪਲਾਈ ਕਰਨ ਦੀ ਡੇਟ ਹੈ। ਸੋ ਤੁਸੀਂ 6 ਤਰੀਕ ਹੀ ਇਹਦੇ ਲਾਸਟ ਮੰਨ ਕੇ ਚੱਲੋ। ਤੇ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹਦਾ ਲਿੰਕ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ online.ctestservices.com ਨਿਟਰ JBT ਟੂ ਸਬਮਿਟ ਦ ਐਪਲੀਕੇਸ਼ਨ। ਤੁਸੀਂ ਇਹ ਲਿੰਕ ਜੋ ਹੈ ਯੂਜ਼ ਕਰਨਾ ਹੈ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਵਾਸਤੇ। ਸੋ ਸਮਗਰ ਸਿੱਖਿਆ ਨੇ ਜੋ ਹੈ ਜੀ 158 ਪੋਸਟਾਂ ਦੇ ਵਾਸਤੇ ਪ੍ਰਾਇਮਰੀ ਟੀਚਰ ਦੀ ਪੋਸਟ ਦੇ ਲਈ ਕਲਾਸ 1 to 5 ਦੇ ਲਈ ਕੰਟਰੈਕਚੁਅਲ ਬੇਸਿਸ 'ਤੇ ਐਪਲੀਕੇਸ਼ਨਸ ਦੀ ਮੰਗ ਕੀਤੀ ਹੈ। ਸੋ ਇਹ ਕੁਛ ਕੁ ਚੀਜ਼ਾਂ ਜੋ ਨੇ ਜੀ ਉਹ ਧਿਆਨ ਦੇ ਵਿੱਚ ਰੱਖਿਓ ਕਿ ਇਹ ਵਾਲੀਆਂ ਜਿਹੜੀਆਂ ਪੋਸਟਸ ਨੇ ਇਹ ਕੰਟਰੈਕਚੁਅਲ ਨੇ, ਕੰਟਰੈਕਟ 'ਤੇ ਨੇ ਤੇ ਕਈ ਵਾਰੀ ਇਹਨਾਂ ਨੂੰ ਐਕਸਟੈਂਡ ਕੀਤਾ ਜਾਂਦਾ। ਤੇ ਉਸ ਤੋਂ ਬਾਅਦ ਜੀ ਫਿਕਸਡ ਰੈਮੂਨਰੇਸ਼ਨ ਹੋਊਗੀ ਇਹਦੀ 29,200 ਰੁਪਏ ਪਰ ਮੰਥ। ਤੇ ਨੇਮ ਜੋ ਹੈ ਪੋਸਟ ਦਾ JBT। ਜਨਰਲ ਦੀਆਂ ਵੈਕੈਂਸੀਜ਼ ਨੇ 75, OBC 41, SC 26, EWS 16, ਟੋਟਲ ਨੇ 158, ਜਿਹਦੇ ਵਿੱਚ ਹੌਰੀਜ਼ੋਨਟਲ ਰਿਜ਼ਰਵੇਸ਼ਨ ਜੋ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ 6 ਪੋਸਟਾਂ ਜੋ ਨੇ ਉਹ ਰਾਖਵੀਆਂ ਨੇ। ਤੇ ASM ਜੋ ਹੈ ਉਹਨਾਂ ਦੇ ਵਾਸਤੇ 16 ਪੋਸਟਾਂ ਜੋ ਨੇ ਉਹ ਰਾਖਵੀਆਂ ਨੇ। ਉਸ ਤੋਂ ਬਾਅਦ ਅਗਰ ਆਪਾਂ ਇਸੈਂਸ਼ੀਅਲ ਕੁਆਲੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਜਾਂ ਤਾਂ A ਵਾਲੀਆਂ ਕੁਆਲੀਫਿਕੇਸ਼ਨਸ ਜਾਂ B ਵਾਲੀਆਂ ਕੁਆਲੀਫਿਕੇਸ਼ਨਸ ਜੋ ਨੇ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ। ਸੋ ਪਹਿਲਾਂ ਕਰਦੇ ਹਾਂ ਜੀ ਆਪਾਂ ਫਸਟ ਵਾਲੀਆਂ ਕੁਆਲੀਫਿਕੇਸ਼ਨਸ ਡਿਸਕਸ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਜਾਂ ਇਹਦੇ ਬਰਾਬਰ ਦੀ ਯੋਗਤਾ ਜੋ ਹੈ ਕਿਸੇ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ। ਸੈਕਿੰਡ ਹੈ ਤੁਹਾਡੇ ਕੋਲੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ DLED, ਜਿਹਨੂੰ ਕਿ ਆਪਾਂ ਪੰਜਾਬ ਦੇ ਵਿੱਚ ETT ਕਹਿੰਦੇ ਹਾਂ। 2 ਸਾਲ ਤੋਂ ਘੱਟ ਦੀ ਡਿਊਰੇਸ਼ਨ ਦਾ ਨਹੀਂ ਹੋਣਾ ਚਾਹੀਦਾ, ਮਤਲਬ ਕਿ 2 ਸਾਲ ਦੀ ਜਿਵੇਂ ਆਪਣੇ 3GT ਦਾ ਡਿਪਲੋਮਾ ਹੁੰਦਾ ਸੋ ਉਹ ਵੈਲਿਡ ਆ ਸਾਰਾ ਇਹਦੇ ਵਾਸਤੇ। ਤੇ ਉਸ ਤੋਂ ਇਲਾਵਾ ਤੁਹਾਡੇ ਕੋਲੇ CTET 1 ਜੋ ਹੈ ਕਲੀਅਰ ਕੀਤਾ ਹੋਣਾ ਜ਼ਰੂਰੀ ਹੈ। ਹੁਣ ਮੈਨੂੰ ਪਤਾ ਹੈ ਕਿ ਇਸ ਵੀਡੀਓ ਦੇ ਨੀਚੇ ਕਾਫੀ ਸਾਰੇ ਕਮੈਂਟਸ ਆਉਣਗੇ ਵੀ PSTET ਜੋ ਹੈ ਐਲੀਜੀਬਲ ਹੈ ਤਾਂ ਨਹੀਂ, ਕਿਉਂਕਿ UT ਦੀ ਇਹ ਰਿਕਰੂਟਮੈਂਟ ਹੈ, ਚੰਡੀਗੜ੍ਹ ਦੀ ਰਿਕਰੂਟਮੈਂਟ ਹੈ। ਸੋ ਉੱਥੇ CTET ਨੂੰ ਹੀ ਵੈਲਿਡ ਮੰਨਿਆ ਜਾਂਦਾ ਹੈ। PTET ਜੋ ਹੈ ਉਹ ਸਿਰਫ ਔਰ ਸਿਰਫ ਪੰਜਾਬ ਦੀਆਂ ਭਰਤੀਆਂ ਵਾਸਤੇ ਜੋ ਹੈ ਐਲੀਜੀਬਲ ਹੁੰਦਾ। ਠੀਕ ਹੈ ਜੀ। ਸੋ ਇਹਦੇ ਵਾਸਤੇ ਤੁਹਾਡੇ ਕੋਲੇ CTET 1 ਜੋ ਹੈ ਉਹ ਕਲੀਅਰ ਹੋਣਾ ਜ਼ਰੂਰੀ ਹੈ, ਜਾਂ ਤਾਂ ਤੁਹਾਡੇ ਕੋਲੇ ਇਹ ਸਾਰੀਆਂ ਕੁਆਲੀਫਿਕੇਸ਼ਨਸ ਹੋਣੀਆਂ ਚਾਹੀਦੀਆਂ ਨੇ। ਹੁਣ ਅਗਰ ਤੁਸੀਂ BEd ਕੀਤੀ ਹੋਈ ਹੈ ਤਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਵਿਦ ਐਟਲੀਸਟ 50% ਮਾਰਕਸ ਐਂਡ ਬੈਚਲਰ ਆਫ ਐਜੂਕੇਸ਼ਨ, ਤਾਂ ਘੱਟੋ ਘੱਟ ਤੁਹਾਡੇ ਕੋਲੇ 50% ਅੰਕ ਹੋਣੇ ਚਾਹੀਦੇ ਨੇ। ਅਜਿਹੀ ਕੋਈ ਵੀ ਕੰਡੀਸ਼ਨ ETT ਵਾਲਿਆਂ ਵਾਸਤੇ ਨਹੀਂ ਸੀ ਹੈਗੀ। ਇਹ ਉਹਨਾਂ ਵਾਸਤੇ ਜਿਨ੍ਹਾਂ ਨੇ BEd ਕੀਤੀ ਹੋਈ ਹੈ ਕਿ ਉਹਨਾਂ ਦੇ ਗ੍ਰੈਜੂਏਸ਼ਨ ਦੇ ਵਿੱਚ ਮਿਨੀਮਮ 50% ਮਾਰਕਸ ਹੋਣੇ ਜ਼ਰੂਰੀ ਨੇ ਤੇ ਨਾਲ ਹੀ ਬੈਚਲਰ ਆਫ ਐਜੂਕੇਸ਼ਨ ਦੀ ਡਿਗਰੀ ਹੋਵੇ। ਸੈਕਿੰਡ ਹੈ ਜੀ ਪਾਸ ਇਨ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ 1 ਕੰਡਕਟਡ ਬਾਈ CBSE ਨਿਊ ਦਿੱਲੀ, ਤਾਂ ਤੁਹਾਡੇ ਕੋਲ ਵੀ CTET 1 ਜੋ ਹੈ ਉਹ ਹੋਣਾ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਜੀ ਕੈਂਡੀਡੇਟਸ ਹੂ ਹੈਵ ਐਕਵਾਇਰਡ ਦ ਕੁਆਲੀਫਿਕੇਸ਼ਨ ਆਫ ਬੈਚਲਰ ਆਫ ਐਜੂਕੇਸ਼ਨ। ਸੋ ਜਿਨ੍ਹਾਂ ਨੇ ਬੈਚਲਰ ਆਫ ਐਜੂਕੇਸ਼ਨ ਕੀਤੀ ਹੋਈ ਹੈ ਤਾਂ ਉਹਨਾਂ ਨੂੰ ਅਪੋਇੰਟ ਤਾਂ ਕਰ ਲਿਆ ਜਾਊਗਾ ਐਜ਼ ਅ ਟੀਚਰ, ਬਟ ਉਹਨਾਂ ਨੂੰ 6 ਮਹੀਨਿਆਂ ਦੇ ਦੌਰਾਨ ਉਹਨਾਂ ਨੂੰ ਜਿਹੜਾ ਇੱਕ ਬ੍ਰਿਜ ਕੋਰਸ ਹੁੰਦਾ ਹੈ ਐਲੀਮੈਂਟਰੀ ਐਜੂਕੇਸ਼ਨ ਦਾ, 6 ਮੰਥ ਦਾ ਇਹ ਕੋਰਸ ਹੁੰਦਾ ਹੈ, ਤਾਂ ਉਹਨਾਂ ਨੂੰ ਉਹ ਕਰਨਾ ਪੈਂਦਾ ਹੈ।
ਤਾਂ ਇਹ ਵਾਲਾ ਜੋ ਕੋਰਸ ਹੈ ਇਹਨਾਂ ਨੇ 2 ਸਾਲਾਂ ਦੇ ਦੌਰਾਨ ਕਰਨਾ ਹੁੰਦਾ ਹੈ, ਅਪੋਇੰਟਮੈਂਟ ਦੇ 2 ਸਾਲਾਂ ਦੇ ਦੌਰਾਨ। ਅਤੇ ਇਸ ਦੇ ਨਾਲ ਜੀ ਇੱਕ ਹੋਰ ਜ਼ਰੂਰੀ ਕੰਡੀਸ਼ਨ ਇਹ ਹੈ ਕਿ ਜਿਹੜੇ ਵੀ ਕੈਂਡੀਡੇਟਸ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਦੇ ਨੇ ਤਾਂ ਉਹਨਾਂ ਕੋਲੇ ਸਰਟੀਫਿਕੇਟ ਆਫ ICT ਸਕਿੱਲ ਕੋਰਸ ਜੋ ਹੈ ਜਾਂ ਫਿਰ ਕੋਰਸ ਔਨ ਕੰਪਿਊਟਰ ਕੌਨਸੈਪਟਸ ਜਿਹਨੂੰ CCC 80 ਆਰਟਸ ਫਰੋਮ ਅ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਟਿਊਸ਼ਨਸ ਜਾਂ ਫਿਰ ਕਿਸੇ ਵੀ ਰਿਪਿਊਟਡ ਇੰਸਟੀਟਿਊਸ਼ਨ ਤੋਂ ਜਿਹੜੀ ਕਿ ISO 9001 ਸਰਟੀਫਾਈਡ ਹੋਵੇ ਜਾਂ ਫਿਰ DOE ACC ਤੋਂ ਜੋ ਹੈ ਮਾਨਤਾ ਪ੍ਰਾਪਤ ਹੋਵੇ ਜਾਂ ਫਿਰ ਕੋਈ ਵੀ ਇੱਦਾਂ ਦੀ ਹੋਰ ਜਿਹੜੀ ਵੀ ਗਵਰਨਮੈਂਟ ਦੀ ਏਜੰਸੀ ਹੈ ਉਸ ਤੋਂ ਮਾਨਤਾ ਪ੍ਰਾਪਤ ਹੋਵੇ ਤਾਂ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਸੋ ਜਿਵੇਂ ਦਿੱਤਾ ਵੀ ਹੋਇਆ ਕਿ ਦਿਸ ਕੰਡੀਸ਼ਨ ਮਸਟ ਬੀ ਸੈਟਿਸਫਾਈਡ ਬਿਫੋਰ ਇਸ਼ੂਇੰਗ ਆਫ ਅਪੋਇੰਟਮੈਂਟ ਲੈਟਰ। ਸੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਅਗਰ ਅੱਜ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਅੱਜ ਹੀ ਹੋਣਾ ਚਾਹੀਦਾ। ਅਗਰ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤੁਸੀਂ ਉਸ ਤੋਂ ਬਾਅਦ ਵੀ ਇਹ ਕਰ ਸਕਦੇ ਹੋ। ਅਪੋਇੰਟਮੈਂਟ ਲੈਟਰ ਤੋਂ ਪਹਿਲਾਂ ਤੁਸੀਂ ਇਹਨੂੰ ਜੋ ਹੈ ਆਪਣੀ ਕੰਡੀਸ਼ਨ ਨੂੰ ਫੁਲਫਿਲ ਕਰਨਾ ਹੈ। ਉਸ ਤੋਂ ਬਾਅਦ ਸਿਲੈਕਸ਼ਨ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ ਤਾਂ ਇੱਕ ਰਿਟਨ ਪੇਪਰ ਦੇ ਬੇਸਿਸ 'ਤੇ ਜੋ ਹੈ ਸਿਲੈਕਸ਼ਨ ਹੋਣੀ ਹੈ। ਆਬਜੈਕਟਿਵ ਟਾਈਪ ਟੈਸਟ ਜੋ ਹੈ ਜੀ ਉਹ ਇਹਦਾ ਹੋਊਗਾ 150 ਮਾਰਕਸ ਦਾ, ਅਤੇ ਜਿਹਦੇ ਵਿੱਚ ਤੁਹਾਨੂੰ 40% ਮਾਰਕਸ ਜੋ ਨੇ ਉਹ ਲੈਣੇ ਜ਼ਰੂਰੀ ਨੇ, ਯਾਨੀ ਕਿ 60 ਨੰਬਰ ਤੁਹਾਡੇ ਆਉਣੇ ਜ਼ਰੂਰੀ ਨੇ ਇਹਦੇ ਵਿੱਚੋਂ, ਅਤੇ ਕੋਈ ਵੀ ਇੰਟਰਵਿਊ ਇਹਦੇ ਵਾਸਤੇ ਕੰਡਕਟ ਨਹੀਂ ਕੀਤਾ ਜਾਊਗਾ। ਸੋ ਇਹ ਮਲਟੀਪਲ ਚੋਇਸ ਕੁਐਸਚਨਸ ਜੋ ਹੈ ਉਹਨਾਂ ਦੇ ਬੇਸਿਸ 'ਤੇ ਹੋਊਗਾ ਪੇਪਰ। ਟੋਟਲ ਨੰਬਰ ਆਫ ਕੁਐਸਚਨਸ ਵਿਲ ਬੀ 150 ਐਂਡ ਟੋਟਲ ਮਾਰਕਸ ਵਿਲ ਬੀ 150 ਐਂਡ ਟਾਈਮ ਜੋ ਹੈ that will be 2 hours and 30 minutes। so topics ਆਪਾਂ ਦੇਖ ਲੈਂਦੇ ਹਾਂ। ਜਨਰਲ ਅਵੇਅਰਨੈਸ 15 questions, ਰੀਜ਼ਨਿੰਗ ਦੇ 15, ਅਰਥਮੈਟਿਕਲ ਐਂਡ ਨੂਮੈਰੀਕਲ ਐਬਿਲਿਟੀ 15 questions, ਟੀਚਿੰਗ ਐਪਟੀਟਿਊਡ 15 questions, ICT 15 questions, ਫਿਰ ਪੰਜਾਬੀ ਹਿੰਦੀ ਇੰਗਲਿਸ਼ ਇਹਨਾਂ ਦੇ ਜੀ 10 ਕੁਐਸਚਨ ਆਉਣਗੇ, ਟੋਟਲ 30 ਕੁਐਸਚਨ ਲੈਂਗੁਏਜ ਵਿੱਚੋਂ। ਮੈਥਮੈਟਿਕਸ ਦੇ 15 ਕੁਐਸਚਨ, ਜਨਰਲ ਸਾਇੰਸ 15 ਕੁਐਸਚਨ, ਸੋਸ਼ਲ ਸਾਇੰਸ ਦੇ 15 ਕੁਐਸਚਨਸ। ਸੋ ਇਸ ਤਰ੍ਹਾਂ ਜੋ ਹੈ ਇਹਨਾਂ ਦੀ ਡਿਵੀਜ਼ਨ ਕੀਤੀ ਹੋਈ ਹੈ। ਸੋ ਟੋਟਲ ਨੰਬਰ ਆਫ ਕੁਐਸਚਨਸ ਵੁੱਡ ਬੀ 150 ਅਤੇ ਮਾਰਕਸ ਵੀ ਜੋ ਨੇ ਉਹ 150 ਹੋਣਗੇ, ਅਤੇ ਨੈਗੇਟਿਵ ਮਾਰਕਿੰਗ ਹੋਊਗੀ ਇਹਦੇ ਵਿੱਚ 1/4 ਦੀ। ਅਤੇ ਡਿਫੀਕਲਟੀ ਲੈਵਲ ਜੋ ਹੈ ਕੁਐਸਚਨਸ ਦਾ 6 ਤੋਂ ਲੈ ਕੇ 11 ਤੱਕ ਜਿੰਨੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਕਨਸੈਪਟਸ ਨੇ, ਇਹ ਵਾਲੇ ਪਾਰਟਸ ਨੇ, ਇਹਨਾਂ ਸਾਰਿਆਂ ਦਾ ਜੋ ਡਿਫੀਕਲਟੀ ਲੈਵਲ ਹੈ ਦੈਟ ਵਿਲ ਬੀ ਆਫ 10th ਸਟੈਂਡਰਡ। ਅਤੇ ਉਸ ਤੋਂ ਬਾਅਦ ਜੀ ਐਗਜ਼ਾਮੀਨੇਸ਼ਨ ਕੁਐਸਚਨਸ ਜੋ ਨੇ ਦੈਟ ਵਿਲ ਬੀ ਬਾਈਲਿੰਗੁਅਲ, ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਹੋਣਗੇ, ਐਕਸੈਪਟ ਫॉर ਦ ਲੈਂਗੁਏਜ ਪੇਪਰਸ ਲਾਈਕ ਪੰਜਾਬੀ ਦਾ ਜੋ 10 ਕੁਐਸਚਨ ਹੋਣਗੇ, ਸੋ ਓਬਵੀਅਸਲੀ ਉਹ ਪੰਜਾਬੀ ਲੈਂਗੁਏਜ ਵਿੱਚ ਹੋਣਗੇ ਅਤੇ ਹਿੰਦੀ ਦੇ ਹਿੰਦੀ ਵਿੱਚ ਹੋਣਗੇ। ਬਾਕੀ ਦਾ ਸਾਰਾ ਪੇਪਰ ਜੋ ਹੈ ਉਹ ਇੰਗਲਿਸ਼ ਅਤੇ ਹਿੰਦੀ ਲੈਂਗੁਏਜ ਦੇ ਵਿੱਚ ਹੋਊਗਾ। ਸਿਲੈਕਸ਼ਨ ਪ੍ਰੋਸੀਜਰ ਕੀ ਹੈ ਕਿ ਤੁਸੀਂ ਆਪਣਾ ਜੋ ਹੈ ਆਪਣੀ ਔਨਲਾਈਨ ਐਪਲੀਕੇਸ਼ਨ ਫਿਲ ਕਰਦੇ ਹੋ, ਉਸ ਤੋਂ ਬਾਅਦ ਰਿਟਨ ਟੈਸਟ ਹੋਊਗਾ, ਆਨਸਰ ਕੀਜ਼ ਵਗੈਰਾ ਸਭ ਕੁਛ ਜਿਵੇਂ ਇੱਕ ਸੈੱਟ ਪ੍ਰੋਸੀਜਰ ਚੱਲਦਾ ਹੈ। ਉਸ ਤੋਂ ਬਾਅਦ ਤੁਹਾਡੀਆਂ ਜੋ ਨੇ ਮੈਰਿਟ ਲਿਸਟ ਬਣਨਗੀਆਂ। ਫਿਰ ਅਗਰ ਟਾਈ ਵਗੈਰਾ ਹੋ ਜਾਂਦੀ ਹੈ ਅਤੇ BEd ਅਤੇ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਜਿਹਦੇ ਜ਼ਿਆਦਾ ਮਾਰਕਸ ਹੋਣਗੇ ਉਹਨਾਂ ਨੂੰ ਰੈਂਕ ਜੋ ਹੈ ਉਹ ਹਾਇਰ ਦਿੱਤਾ ਜਾਊਗਾ। ਅਤੇ ਮੈਰਿਟ ਲਿਸਟ ਜੋ ਹੈ ਦੈਟ ਵਿਲ ਬੀ ਪ੍ਰੀਪੇਅਰਡ ਔਨ ਦ ਬੇਸਿਸ ਆਫ ਰਿਟਨ ਮਾਰਕਸ ਯੂ ਹੈਵ ਅਚੀਵਡ ਇਨ ਦ ਰਿਟਨ ਟੈਸਟ। ਸੋ ਉਹਦੇ ਅਕੋਰਡਿੰਗ ਹੀ ਤੁਹਾਨੂੰ ਸਕਰੂਟਨੀ ਦੇ ਲਈ ਬੁਲਾਇਆ ਜਾਊਗਾ। ਹੁਣ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਹਾਂ ਕਿ ਤੁਹਾਡੀਆਂ ਜਿੰਨੀਆਂ ਵੀ ਐਲੀਜੀਬਿਲਿਟੀ ਦੀਆਂ ਕੰਡੀਸ਼ਨਸ ਨੇ ਉਹ ਸਾਰੀਆਂ ਤੁਹਾਡੀਆਂ ਜਿਸ ਦਿਨ ਲਾਈਕ ਇਹਦੀ ਲਾਸਟ ਡੇਟ ਹੈ 6 ਅਕਤੂਬਰ, ਉਸ ਦਿਨ ਸਾਰੀਆਂ ਸੈਟਿਸਫਾਈ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਪਹਿਲਾਂ ਅਗਰ ਤੁਸੀਂ ਕੋਈ ਵੀ ਕੁਆਲੀਫਿਕੇਸ਼ਨ ਉਸ ਤੋਂ ਬਾਅਦ ਪੂਰੀ ਕੀਤੀ ਹੋਊਗੀ ਤਾਂ ਤੁਹਾਨੂੰ ਇਨਐਲੀਜੀਬਲ ਮੰਨਿਆ ਜਾਊਗਾ। ਇੱਕ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ICT ਵਾਲੀ ਜੋ ਹੈ ਉਹ ਤੁਸੀਂ ਅਪੋਇੰਟਮੈਂਟ ਲੈਟਰ ਤੋਂ ਪਹਿਲਾਂ ਸੈਟਿਸਫਾਈ ਕਰਨੀ ਹੁੰਦੀ ਹੈ, ਸੋ ਉਹਦੇ 'ਤੇ ਵਾਲਾ ਰੂਲ ਜੋ ਹੈ ਲਾਗੂ ਨਹੀਂ ਹੁੰਦਾ। ਏਜ ਲਿਮਿਟ ਦੀ ਅਗਰ ਗੱਲ ਕਰੀਏ ਤਾਂ ਜੀ 21 ਤੋਂ ਲੈ ਕੇ 37 ਸਾਲ ਹੈ। ਬਾਕੀ ਦੀ ਰਿਲੈਕਸੇਸ਼ਨ ਜੋ ਹੈ ਉਹ ਗਵਰਨਮੈਂਟ ਦੇ ਰੂਲਸ ਅਕੋਰਡਿੰਗ ਹੋਊਗੀ ਰਿਜ਼ਰਵਡ ਕੈਟੇਗਰੀਜ਼ ਦੇ ਲਈ। ਅਤੇ ਪ੍ਰੋਸੀਜਰ ਫॉर ਸਬਮਿਸ਼ਨ ਆਫ ਔਨਲਾਈਨ ਐਪਲੀਕੇਸ਼ਨਸ ਯੂ ਕੈਨ ਅਪਲਾਈ ਔਨਲਾਈਨ ਥਰੂ ਦ ਅਫੀਸ਼ੀਅਲ ਸਾਈਟ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ctestservices.com। ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਫੀ ਜੋ ਹੈ ਜੀ ਦੈਟ ਇਜ਼ 1000। ਇਹ ਹੈਗੀ ਹੈ ਜਨਰਲ ਵਾਸਤੇ, ਨਾਨ ਰਿਫੰਡੇਬਲ ਹੈ, ਅਤੇ 500 ਹੈ ਜੀ SC ਵਾਸਤੇ। ਵਿਲ ਬੀ ਅਸੈਪਟਡ ਥਰੂ ਔਨਲਾਈਨ ਮੋਡ ਅਪ ਟੂ 10/10/2022। ਸੋ ਸਿਰਫ ਔਰ ਸਿਰਫ ਔਨਲਾਈਨ ਜੋ ਹੈ ਇਹ ਪ੍ਰਾਪਤ ਕੀਤੀ ਜਾਊਗੀ। ਅਤੇ ਉਸ ਤੋਂ ਬਾਅਦ ਜੀ ਤੁਹਾਡਾ ਰਜਿਸਟ੍ਰੇਸ਼ਨ ਫਾਰਮ ਜੋ ਹੈ ਜੋ ਤੁਸੀਂ ਔਨਲਾਈਨ ਐਪਲੀਕੇਸ਼ਨ ਆਪਣੀ ਸਬਮਿਟ ਕਰ ਦੋਗੇ, ਫਿਰ ਇੱਕ ਤੁਹਾਡਾ ਰਜਿਸਟ੍ਰੇਸ਼ਨ ਫਾਰਮ ਜੋ ਹੈ ਜਨਰੇਟ ਕੀਤਾ ਜਾਊਗਾ। ਤਾਂ ਤੁਸੀਂ ਉਹਨਾਂ ਦੇ 2 ਪ੍ਰਿੰਟ ਆਊਟਸ ਲੈਣੇ ਨੇ, ਅਤੇ ਇਹ ਤੁਸੀਂ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਵਾਲੀ ਦਿਨ ਦੇ ਉੱਪਰ ਲੈ ਕੇ ਜਾਣੇ ਨੇ। ਫੋਰ ਐਗਜ਼ਾਮਪਲ ਅਗਰ ਤੁਹਾਡਾ ਮੈਰਿਟ ਲਿਸਟ ਦੇ ਵਿੱਚ ਨਾਮ ਆ ਜਾਂਦਾ ਹੈ, ਠੀਕ ਹੈ ਜੀ। ਸੋ ਬਾਕੀ ਇਹਦੇ ਵਿੱਚ ਕੋਈ ਇੰਨਾ ਖਾਸ ਨਹੀਂ ਹੈਗਾ, ਮਤਲਬ ਬਾਕੀ ਸਾਰੇ ਸੇਮ ਹੀ ਹੈ ਜਿਵੇਂ ਆਪਣੇ ਨੋਰਮਲ ਹਰ ਐਗਜ਼ਾਮ ਹੁੰਦੇ ਆ। ਸੋ ਹੁਣ ਅਗਰ ਤੁਹਾਨੂੰ ਔਨਲਾਈਨ ਐਪਲੀਕੇਸ਼ਨ ਭਰਦੇ ਹੋਏ ਕੋਈ ਵੀ ਦਿੱਕਤ ਆਉਂਦੀ ਹੈ ਦੈਨ ਤੁਸੀਂ ਗਿਵਨ ਨੰਬਰਸ 'ਤੇ ਕਾਲ ਕਰ ਸਕਦੇ ਹੋ, ਅਤੇ ਟਾਈਮਿੰਗ ਹੈ ਜੀ 10 ਤੋਂ ਲੈ ਕੇ 4 ਵਜੇ ਤੱਕ। ਤੁਸੀਂ ਕਿਸੇ ਵੀ ਦਿਨ ਵਰਕਿੰਗ ਡੇ 'ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ।
ਠੀਕ ਹੈ ਜੀ। ਅਤੇ ਬਾਕੀ ਉਸ ਤੋਂ ਬਾਅਦ ਡੇਟਸ ਜੋ ਹੈ ਤੁਸੀਂ ਦੇਖ ਸਕਦੇ ਹੋ। ਡਿਸਪਲੇ ਆਫ ਫੀ ਕਨਫਰਮੇਸ਼ਨ ਲਿਸਟ ਜੋ ਹੈ ਜੀ ਉਹ 18/10 ਨੂੰ ਲੱਗੂਗੀ, ਅਤੇ ਸ਼ਡਿਊਲ ਆਫ ਰਿਟਰਨ ਟੈਸਟ ਜੋ ਹੈ ਉਹ 31 ਅਕਤੂਬਰ 2022 ਤੱਕ ਤੁਹਾਨੂੰ ਦੱਸ ਦਿੱਤਾ ਜਾਊਗਾ। ਸੋ ਮੀਨਸ 31 ਅਕਤੂਬਰ 2022 ਤੋਂ ਬਾਅਦ ਜੋ ਹੈ ਇਹਦਾ ਐਗਜ਼ਾਮ ਰੱਖਿਆ ਜਾਊਗਾ। ਸੋ ਇਹ ਸੀਗੀਆਂ ਜੀ ਇਹਦੇ ਬਾਰੇ ਕੁਝ ਖਾਸ ਡਿਟੇਲਸ। ਬਾਕੀ ਦੀਆਂ ਡਿਟੇਲਸ ਤੁਸੀਂ ਡਿਟੇਲ ਨੋਟਿਸ ਦੇ ਵਿੱਚ ਪੜ੍ਹ ਸਕਦੇ ਹੋ, ਅਤੇ ਇਹਨਾਂ ਦੀ ਅਫੀਸ਼ੀਅਲ ਸਾਈਟ ਦੇ ਉੱਪਰ ਜਾ ਕੇ ਵੀ ਦੇਖ ਸਕਦੇ ਹੋ। ਸੋ ਆਈ ਹੋਪ ਤੁਹਾਨੂੰ ਜੋ ਹੈ ਸਾਰੀਆਂ ਇਹਦੀਆਂ ਕੰਡੀਸ਼ਨਸ ਅਤੇ ਰਿਕੁਆਇਰਮੈਂਟਸ ਜੋ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ। ਸੋ ਇਨ ਕੇਸ ਅਗਰ ਤੁਹਾਨੂੰ ਹਲੇ ਵੀ ਕੋਈ ਕੁਐਰੀ ਹੈ ਦੈਨ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ, ਅਤੇ ਟੈਲੀਗ੍ਰਾਮ ਗਰੁੱਪ ਜੋ ਹੈ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਸੋ ਚੈਨਲ ਦੇ ਨਾਲ ਬਣੇ ਰਹੋ। ਇਸ ਤੋਂ ਬਾਅਦ ਮੈਂ ਤੁਹਾਡੇ ਨਾਲ TCT ਰਿਕਰੂਟਮੈਂਟ ਜੋ ਆਈ ਹੈ ਸਮਗਰ ਸਿਕਸ਼ਾ ਵੱਲੋਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। ਸੋ ਉਹ BEd ਦੇ ਕੈਂਡੀਡੇਟਸ ਵਾਸਤੇ ਹੈ। ਸੋ ਉਹ ਸਾਰੇ ਸਬਜੈਕਟਸ ਦੇ ਲਈ ਉਹ ਵੀ ਆਈ ਹੋਈ ਹੈ। ਸੋ ਸਟੇ ਟਿਊਨਡ। ਇਸ ਤੋਂ ਬਾਅਦ ਮੈਂ ਤੁਹਾਡੇ ਲਈ ਉਹ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਊਂਗੀ। ਸੋ ਟਿਲ ਦੈਨ ਚੈਨਲ ਦੇ ਨਾਲ ਬਣੇ ਰਹੋ। ਥੈਂਕ ਯੂ ਜੀ, ਥੈਂਕਸ ਫॉर ਵਾਚਿੰਗ।